ਸਾਹਿਬ ਜੀ। ਧੰਨ ਵਾਹਿਗੁਰੂ ਸਾਹਿਬ ਜੀ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਵਾਹਿਗੁਰੂ ਸਾਹਿਬ ਜੀ। ਸ਼੍ਰੀ ਸੈਣ ਧੂਪ ਦੀਪ ਘ੍ਰਿਤ ਸਾਜ ਆਰਤੀ, ਬਾਰਨੇ ਜਾਉ ਕਮਲਾਪਤੀ। ਮੰਗਲਾ ਹਰ ਮੰਗਲਾ ਨਿਤ ਮੰਗਲ, ਰਾਜਾ ਰਾਮ ਰਾਏ ਕੋ। ਮੰਗਲਾ ਹਰ ਮੰਗਲਾ ਨਿਤ ਮੰਗਲ, ਰਾਜਾ ਰਾਮ ਰਾਏ ਕੋ। ਰਹਾਉ ਊਤਮ ਦੀਅਰਾ ਨਿਰਮਲ ਬਾਤੀ, ਤੁਹੀਂ ਨਿਰੰਜਨ ਕਮਲਾ ਪਾਤੀ। ਰਾਮਾ ਭਗਤ ਰਾਮਾਨੰਦ ਜਾਣੈ, ਪੂਰਨ ਪਰਮਾਨੰਦ ਬਖਾਨੈ। ਮਦਨ ਮੂਰਤ ਭੈ ਤਾਰ ਗੋਵਿੰਦੇ, ਸੈਣ ਪਣੈ ਭਜ ਪਰਮਾਨੰਦੇ। ਮਦਨ ਮੂਰਤ ਭੈ ਤਾਰ ਗੋਵਿੰਦੇ, ਸੈਣ ਪਣੈ ਭਜ ਪਰਮਾਨੰਦੇ। ਪਰਮ ਸਤਿਕਾਰਯੋਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਵਿੱਚ ਅੰਮ੍ਰਿਤ ਵੇਲੇ ਦੀਵਾਨਾਂ ਦੀ ਹਾਜ਼ਰੀ ਭਰ ਰਹੇ ਸਤਿਕਾਰਯੋਗ ਵਡਭਾਗੀ ਸਤ ਸੰਗੀ ਜਨੋ, ਆਓ ਕੁਝ ਸਮਾਂ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਵਿਚਾਰ ਨਾਲ ਸਾਂਝ ਪਾਈਏ। ਪਾਵਨ ਵਿਚਾਰਾਂ ਨਾਲ ਸਾਂਝ ਪਾਉਣ ਤੋਂ ਪਹਿਲਾਂ ਆਪਣੀ ਰਸਨਾ ਨੂੰ ਕਰੀਏ ਪਵਿੱਤਰ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੇ ਭਗਤ ਸ਼੍ਰੀ ਸੈਣ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜਿਸ ਦਾ ਪਾਠ ਆਪ ਜੀ ਨੇ ਸ਼੍ਰਵਣ ਕੀਤਾ ਹੈ, ਇਹ ਪਾਵਨ ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 695 ਰਾਗ ਧਨਾਸਰੀ ਅੰਦਰ ਦਰਜ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਭਗਤ ਸੈਣ ਜੀ ਦਾ ਕੇਵਲ ਤੇ ਕੇਵਲ ਇੱਕੋ ਇੱਕ ਸ਼ਬਦ ਹੈ, ਜਿਸ ਦਾ ਪਾਠ ਆਪ ਜੀ ਨੇ ਸ਼੍ਰਵਣ ਕੀਤਾ ਹੈ। 15 ਭਗਤਾਂ ਦੇ ਵਿੱਚੋਂ ਭਗਤ ਸੈਣ ਜੀ ਵੀ ਇੱਕ ਭਗਤ ਹੋਏ ਨੇ। ਜਿਵੇਂ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਭਗਤਾਂ ਜੀ ਦੀ ਕਈ ਸ਼ਬਦਾਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ, ਇਸੇ ਤਰ੍ਹਾਂ ਹੀ ਅੱਜ ਅਸੀਂ ਭਗਤ ਸੈਣ ਜੀ ਦੇ ਪਾਵਨ ਸ਼ਬਦ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਾਂਗੇ। ਸਤਿਗੁਰੂ ਜੀ ਦੀ ਪਾਵਨ ਬਾਣੀ ਅੰਦਰ ਬੜਾ ਪਿਆਰਾ ਸ਼ਬਦ ਆਉਂਦਾ ਹੈ। ਮਾਲਕ ਜੀ ਬਚਨ ਕਰਦੇ ਨੇ, ਸੈਨ ਨਾਈ ਬੁਤਕਾਰੀਆ, ਉਹ ਘਰ ਘਰ ਸੁਨਿਆ। ਸੈਨ ਦਾ ਅਰਥ ਕੀ ਹੈ? ਭਗਤ ਸੈਣ ਜੀ। ਕਹਿੰਦੇ ਭਗਤ ਸੈਣ ਜੀ ਜਿਹੜੇ ਨਾਈ ਸਨ ਜਾਤ ਕਰਕੇ, ਤੇ ਉਹ ਬੁੱਤੀਆਂ ਕਰਨ ਵਾਲੇ ਸਨ, ਭਾਵ ਕਿ ਲੋਕਾਂ ਦੇ ਨਿੱਕੇ ਮਾੜੇ ਮੋਟੇ ਕੰਮ ਕਰਦੇ ਸਨ, ਲੋਕਾਂ ਦੇ ਘਰਾਂ ਵਿੱਚ ਉਹ ਕੰਮ ਕਾਰ ਕਰਦੇ ਸਨ। ਤੇ ਸਾਰਿਆਂ ਦੇ ਘਰਾਂ ਵਿੱਚ ਜਾਣਾ, ਉਹਨਾਂ ਨੇ ਕੰਮ ਕਾਰ ਕਰਨਾ ਤੇ ਆਪਣੇ ਜੀਵਨ ਪਰਿਵਾਰ ਨੂੰ ਪਾਲਣਾ।
ਇਤਿਹਾਸ ਦੇ ਮੁਤਾਬਕ ਵਿਦਵਾਨਾਂ ਦੇ ਵੱਖੋ ਵੱਖਰੇ ਵਿਚਾਰ ਨੇ। ਕੋਈ ਕਹਿੰਦਾ ਉਹਨਾਂ ਦਾ ਜਨਮ ਜਿਹੜਾ ਮਹਾਰਾਸ਼ਟਰ ਦੇ ਵਿੱਚ ਹੋਇਆ, ਕੋਈ ਕਹਿੰਦਾ ਉਹਨਾਂ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੋਇਆ। ਭਾਵ ਕਿ ਉਹਨਾਂ ਦੇ ਜਨਮ ਬਾਰੇ ਕਿਸੇ ਵੀ ਵਿਦਵਾਨ ਦੀ ਕੋਈ ਇੱਕ ਰਾਏ ਨਹੀਂ ਹੈ। ਪਰ ਭਗਤ ਨਾਮਦੇਵ ਜੀ, ਉਹਨਾਂ ਬਾਰੇ ਇਹ ਵੀ ਵਿਚਾਰ ਹੈ ਕਿ ਭਗਤ ਸੈਣ ਜੀ, ਜੋ ਕਿ ਰਾਜੇ ਦੇ ਦਰਬਾਰ ਵਿੱਚ ਇੱਕ ਨੌਕਰ ਸਨ, ਉੱਥੇ ਚਾਕਰੀ ਕਰਦੇ ਸਨ ਤੇ ਲੋਕਾਂ ਦੇ ਘਰਾਂ ਵਿੱਚ ਨਿੱਕੇ ਮਾੜੇ ਮੋਟੇ ਕੰਮ ਜਿਹੜੇ ਉਹ ਕਰਨ ਵਾਲੇ ਸਨ। ਹੁਣ ਭਗਤ ਸੈਣ ਜੀ ਜਿਹੜੇ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਵਾਲੇ ਨੌਕਰ ਸਨ ਰਾਜੇ ਦੇ ਦਰਬਾਰ ਵਿੱਚ, ਵੇਖੋ ਅੱਜ ਉਹਨਾਂ ਦੀ ਬਾਣੀ ਜਿਹੜੀ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਕਾਰਨ ਕੀ ਆ ਕਿ ਉਹਨਾਂ ਨੇ ਜਦੋਂ ਆਪਣੇ ਜੀਵਨ ਨੂੰ ਸੱਚ ਨਾਲ ਜੋੜਿਆ, ਆਪਣੇ ਜੀਵਨ ਦੇ ਅੰਦਰ ਆਪਣੇ ਹਿਰਦੇ ਵਿੱਚੋਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਪਹਿਚਾਣ ਕੀਤੀ, ਆਪਣੇ ਜੀਵਨ ਨੂੰ ਪਰਖਿਆ, ਰੱਬੀ ਗੁਣਾਂ ਨੂੰ ਆਪਣੇ ਜੀਵਨ 'ਚ ਵਸਾ ਲਿਆ ਤੇ ਗੁਰੂ ਪਿਆਰ ਵਾਲਿਓ ਉਹਨਾਂ ਦਾ ਜੀਵਨ ਭਗਤਾਂ ਵਰਗਾ ਬਣ ਗਿਆ। ਭਾਵ ਕਿ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਬਚਨਾ ਮਾਲਕ ਜੀ ਕਹਿੰਦੇ, ਜਿਸ ਨੀਚ ਕੋ ਕੋਈ ਨਾ ਜਾਣੇ, ਕਹਿੰਦੇ ਜਿਸ ਨੀਚ ਮਨੁੱਖ ਨੂੰ ਕੋਈ ਨਾ ਜਾਣਦਾ ਹੋਵੇ, ਕੋਈ ਵੀ ਜਿਹੜਾ ਉਹਦੀ ਰਿਸਪੈਕਟ ਕਰਨ ਵਾਲਾ ਨਾ ਹੋਵੇ, ਉਹਦੀ ਕਦਰ ਕਰਨ ਵਾਲਾ ਨਾ ਹੋਵੇ, ਪਰ ਪਾਤਸ਼ਾਹ ਕਹਿੰਦੇ ਨੇ ਨਾਮ ਜਪਤ ਉਹ ਚੌ ਕੁੰਟ ਮਾਨੇ। ਜੇ ਕਹਿੰਦੇ ਉਹ ਨਾਮ ਜਪਣ ਲੱਗ ਪਵੇ, ਰੱਬੀ ਗੁਣਾਂ ਨੂੰ ਜੀਵਨ 'ਚ ਵਸਾ ਲਵੇ, ਸਚਾਈ ਦੇ ਰਾਹ ਉੱਤੇ ਤੁਰਨ ਲੱਗ ਪਵੇ, ਤੇ ਪਾਤਸ਼ਾਹ ਜੀ ਕਹਿੰਦੇ ਨੇ ਚਾਹੋ ਕੁੰਟ ਮਾਨੇ, ਚਾਰੇ ਕੁੰਟਾਂ ਦੇ ਵਿੱਚ ਸਾਰੇ ਸੰਸਾਰ ਵਿੱਚ ਕਹਿੰਦੇ ਉਹਨਾਂ ਦੀ ਸ਼ੋਭਾ ਹੋਣ ਲੱਗ ਪੈਂਦੀ ਹੈ। ਹੁਣ ਵੇਖੋ ਗੁਰੂ ਨਾਨਕ ਸਾਹਿਬ ਜੀ ਨੇ ਇਹ ਉਦਮ ਉਪਰਾਲਾ ਕੀਤਾ ਹੈ ਕਿ ਭਾਈ ਉਹਨਾਂ ਨੇ ਉਹਨਾਂ ਭਗਤ ਜਨਾਂ ਦੇ ਇਲਾਕਿਆਂ ਵਿੱਚ ਜਾ ਕੇ ਉਹਨਾਂ ਦੀ ਪਾਵਨ ਬਾਣੀ, ਕਿਸੇ ਵੀ ਭਗਤ ਦੀ, ਚਾਹੇ ਉਹਨਾਂ ਦੇ 4 ਸ਼ਬਦ ਸਨ, ਚਾਹੇ ਕਿਸੇ ਭਗਤ ਦਾ 1 ਸ਼ਬਦ ਸੀ, ਜਾਂ ਉਹਨਾਂ ਦੇ ਜ਼ਿਆਦਾ ਸ਼ਬਦ ਸਨ, ਉਹਨਾਂ ਸਾਰੇ ਸ਼ਬਦਾਂ ਨੂੰ ਉਹਨਾਂ ਦੇ ਪੈਰਾਂ ਕਰੋ, ਜਿਹੜੇ ਉਹਨਾਂ ਦੇ ਪੈਰੋਕਾਰ ਸੀ, ਉਹਨਾਂ ਦੇ ਚੇਲੇ ਸਨ, ਉਹਨਾਂ ਤੋਂ ਇਕੱਤਰ ਕਰਕੇ ਜਿਹੜੇ ਸ਼ਬਦ ਸੱਚ ਦੇ ਨਾਲ ਮੇਲ ਖਾਂਦੇ ਸਨ, ਜਿਹੜੇ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਮੇਲ ਖਾਂਦੇ ਸਨ, ਉਹ ਸ਼ਬਦ ਜਿਹੜੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਪਾਵਨ ਪੋਥੀ ਦੇ ਵਿੱਚ ਉਹ ਦਰਜ ਕਰਦੇ ਗਏ। ਤੇ ਵੇਖੋ ਅੱਜ ਉਹ ਸ਼ਬਦ ਜਿਹੜੇ ਸਾਡੇ ਕੋਲ ਮੌਜੂਦ ਨੇ। ਅੱਜ ਅਸੀਂ ਭਗਤ ਸੈਣ ਜੀ ਦੀ ਪਾਵਨ ਬਾਣੀ ਅੰਦਰ ਉਹਨਾਂ ਦੀ ਬਾਣੀ ਨੂੰ ਵਿਚਾਰ ਵੀ ਰਹੇ ਹਾਂ ਤੇ ਉਹਨਾਂ ਦੀ ਬਾਣੀ ਦੇ ਅੱਗੇ ਸਾਡਾ ਸਿਰ ਵੀ ਝੁਕਦਾ ਆ। ਭਾਵੇਂ ਉਹਨਾਂ ਸਮਿਆਂ ਦੇ ਅੰਦਰ ਚਾਹੇ ਭਗਤ ਕਬੀਰ ਜੀ, ਭਗਤ ਜੈਦੇਵ ਜੀ, ਜਾਂ ਹੋਰ ਭਗਤ ਨਾਮਦੇਵ ਜੀ, ਭਗਤ ਸੈਣ ਜੀ, ਇਹਨਾਂ ਦੇ ਜੀਵਨ ਦੀ ਗੱਲ ਕਰ ਲਈਏ, ਉਹਨਾਂ ਸਮਿਆਂ ਦੇ ਅੰਦਰ ਭਾਵੇਂ ਉਹ ਲੋਕ ਇਹਨਾਂ ਨੂੰ ਨੀਵੀਂ ਜਾਤ ਦਾ ਕਹਿੰਦੇ ਸਨ, ਇਹਨਾਂ ਦੀ ਕੋਈ ਇੰਨੀ ਪਹੁੰਚ ਨਹੀਂ ਸੀ, ਨਾ ਕੋਈ ਇਹਨਾਂ ਨੂੰ ਜਾਣਦਾ ਪਛਾਣਦਾ ਸੀ, ਪਰ ਜਦੋਂ ਇਹਨਾਂ ਨੇ ਸੱਚ ਦੇ ਨਾਲ ਜੀਵਨ ਨੂੰ ਜੋੜ ਲਿਆ, ਜਦੋਂ ਸੱਚ ਦੇ ਰਾਹ 'ਤੇ ਚੱਲੇ, ਜਦੋਂ ਇਹਨਾਂ ਨੇ ਸਮਾਜ ਦੇ ਵਿੱਚ ਹੋ ਰਹੇ ਕਰਮ ਕਾਂਡਾਂ ਦੇ ਵਿਰੁੱਧ, ਵਿਤਕਰਿਆਂ ਦੇ ਵਿਰੁੱਧ, ਜਿਹੜੇ ਛੂਤ ਛਾਤ ਲੋਕਾਂ ਨਫ਼ਰਤ ਕੀਤੀ ਜਾਂਦੀ, ਉਹਨਾਂ ਦੇ ਵਿਰੁੱਧ ਆਵਾਜ਼ ਉਠਾਈ। ਤੇ ਗੁਰੂ ਪਿਆਰ ਵਾਲਿਓ, ਅੱਜ ਵੇਖੋ ਅਸੀਂ ਉਹਨਾਂ ਦੀ ਪਾਵਨ ਬਾਣੀ ਅੱਗੇ ਸਾਡਾ ਸਿਰ ਝੁਕਦਾ ਆ। ਭਾਵੇਂ ਕੋਈ ਵੀ ਜਿੰਨਾ ਮਰਜ਼ੀ ਕੋਈ ਆਪਣੇ ਆਪ ਨੂੰ ਵੱਡੀ ਜਾਤ ਵਾਲਾ ਮੰਨਦਾ ਹੋਵੇ, ਪਰ ਗੁਰੂ ਪਿਆਰ ਵਾਲਿਓ ਉਹਨੂੰ ਵੀ ਗੁਰੂ ਦੇ ਚਰਨਾਂ ਵਿੱਚ ਆ ਕੇ ਸੀਸ ਝੁਕਾਉਣਾ ਪੈਂਦਾ ਆ। ਕਿਉਂਕਿ ਜਦੋਂ ਅਸੀਂ ਗੁਰੂ ਦੀ ਗੋਦ ਵਿੱਚ ਬੈਠਦੇ ਹਾਂ, ਸਾਡੀਆਂ ਜਾਤਾਂ ਖਤਮ ਹੋ ਜਾਂਦੀਆਂ ਨੇ, ਸਾਡੇ ਅਹੁਦੇ ਖਤਮ ਹੋ ਜਾਂਦੇ ਆ। ਗੁਰੂ ਦੀ ਗੋਦ ਵਿੱਚ ਜਿਹੜੇ ਸਾਰੇ ਬਰਾਬਰ ਨੇ, ਗੁਰੂ ਦੀ ਗੋਦ ਵਿੱਚ ਸਾਰੇ ਸਮਾਨ ਨੇ, ਕੋਈ ਉੱਚਾ ਨੀਵਾਂ ਨਹੀਂ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਵਿਚਾਰਧਾਰਾ, ਸਾਨੂੰ ਜਿਹੜਾ ਉਪਦੇਸ਼ ਇਹੋ ਜਿਹਾ ਬਖਸ਼ਿਸ਼ ਕੀਤਾ ਆ, ਸਾਨੂੰ ਖਜ਼ਾਨਾ ਇਹੋ ਜਿਹਾ ਦਿੱਤਾ ਆ ਕਿ ਜਿਹੜਾ ਵੀ ਮਨੁੱਖ ਇਸ ਨਾਮ ਨੂੰ, ਇਸ ਗੁਰਬਾਣੀ ਵਿਚਾਰ ਨੂੰ ਜੀਵਨ 'ਚ ਅਪਣਾ ਲੈਂਦਾ ਨਾ, ਉਹਦੀ ਨਿਗਾਹ ਵੀ ਕਹਿੰਦੇ ਇੱਕ ਹੋ ਜਾਂਦੀ ਆ। ਉਹ ਆਪਣੀ ਨਿਗਾਹ ਦੇ ਨਾਲ ਸਾਰਿਆਂ ਨੂੰ ਬਰਾਬਰ ਵੇਖਦਾ ਆ। ਉਹ ਆਪਣੀ ਨਿਗਾਹ ਦੇ ਦੁਆਰਾ ਫਿਰ ਕਿਸੇ ਨਾਲ ਵਿਤਕਰਾ, ਕਿਸੇ ਨਾਲ ਫਰਕ ਨਹੀਂ ਕਰਦਾ। ਫਿਰ ਉਹ ਆਪਣੇ ਜੀਵਨ ਦੇ ਅੰਦਰ
ਸਾਰਿਆਂ ਨੂੰ ਬਰਾਬਰ ਦੀ ਭਾਵਨਾ ਨਾਲ ਵੇਖਦਾ ਆ। ਕਿਸੇ ਪ੍ਰਤੀ ਵੀ ਮਨ ਵਿੱਚ ਨਫ਼ਰਤ ਨਫ਼ਰਤ ਜਿਹੜਾ ਨਹੀਂ ਪੈਦਾ ਕਰਦਾ, ਜੀਵਨ 'ਚ ਪਿਆਰ ਹੀ ਪੈਦਾ ਕਰਦਾ ਆ। ਸਤਿਗੁਰੂ ਨੇ ਸਾਨੂੰ ਇਹ ਬਾਣੀ ਦੀ ਵਿਚਾਰ ਇਹੋ ਜਿਹੀ ਦਿੱਤੀ ਆ। ਮਾਲਕ ਜੀ ਕਹਿੰਦੇ ਨੇ, ਸਭੈ ਸਾਂਝੀ ਬਾਲ ਸਦਾਇਨ, ਕੋਏ ਨਾ ਦਿਸੈ ਬਾਹਰਾ ਜੀਓ। ਮਾਲਕ ਜੀ ਕਹਿੰਦੇ ਨੇ ਸਾਰੇ ਜਿਹੜੇ ਸਾਂਝੀ ਬਾਲਤਾ ਦੇ ਪ੍ਰਤੀਕ ਨੇ, ਸਾਰੇ ਭਾਈਚਾਰਕ ਨੇ, ਸਾਰੇ ਕਹਿੰਦੇ ਬਰਾਬਰ ਨੇ। ਕੋਈ ਵੀ ਕਹਿੰਦੇ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਤੋਂ ਬਾਹਰਾ ਨਹੀਂ ਹੈ। ਸਾਰੇ ਕਹਿੰਦੇ ਉਹਦੇ ਪੈਦਾ ਕੀਤੇ ਹੋਏ ਜੀਵ ਨੇ। ਸਤਿਗੁਰੂ ਦੀ ਬਾਣੀ ਅੰਦਰ ਸਾਨੂੰ ਅਨੇਕਾਂ ਬਚਨ ਮਿਲਦੇ ਨੇ। ਕਹਿੰਦੇ ਏਕ ਪਿਤਾ ਏਕ ਸਕੇਹਾ ਮੁਬਾਰਕ। ਕਹਿੰਦੇ ਸਾਡਾ ਇੱਕ ਪਿਤਾ ਆ, ਅਸੀਂ ਇੱਕ ਪਿਤਾ ਦੇ ਬੱਚੇ ਆ। ਤੇ ਗੁਰੂ ਪਿਆਰ ਵਾਲਿਓ, ਜਿਹੜਾ ਇੱਕ ਪਿਤਾ ਹੁੰਦਾ ਆ ਉਹ ਆਪਣੇ ਬੱਚਿਆਂ ਵਿੱਚ ਕਦੇ ਵੀ ਫਰਕ ਨਹੀਂ ਕਰਦਾ। ਉਹ ਕਦੇ ਵੀ ਆਪਣੇ ਬੱਚੇ ਕਿਸੇ ਨਾਲ ਜ਼ਿਆਦਾ ਪਿਆਰ ਨਹੀਂ ਕਰਦਾ, ਕਿਸੇ ਨਾਲ ਘੱਟ ਨਹੀਂ ਕਰਦਾ, ਸਾਰਿਆਂ ਨੂੰ ਬਰਾਬਰ ਰੱਖਦਾ ਆ। ਪਰ ਉਹ ਪਿਤਾ ਜਿਹੜਾ ਉਸ ਬੱਚੇ ਤੇ ਖੁਸ਼ ਹੁੰਦਾ ਆ, ਜਿਹੜਾ ਉਹਦੇ ਕਹਿਣੇ ਵਿੱਚ ਰਵੇ, ਜਿਹੜਾ ਉਹਦੀ ਗੱਲ ਨੂੰ ਮੰਨੇ, ਉਹਦੀ ਕਦਰ ਕਰੇ। ਹੁਣ ਜਿਹੜਾ ਬੱਚਾ ਆਪਣੀ ਮਰਜ਼ੀ ਕਰਦਾ ਆ, ਮਾਪੇ ਉਹਦੇ ਉੱਤੇ ਕਦੇ ਖੁਸ਼ ਨਹੀਂ ਹੁੰਦੇ ਤੇ ਜ਼ਿੰਮੇਵਾਰੀਆਂ ਵੀ ਉਹਦੇ ਉੱਤੇ ਨਹੀਂ ਪਾਉਂਦੇ। ਇਸੇ ਤਰ੍ਹਾਂ ਹੀ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਡਾ ਪਿਤਾ ਹੈ, ਸਾਡਾ ਬਾਪ ਹੈ, ਤੇ ਉਹ ਅਕਾਲ ਪੁਰਖ ਵਾਹਿਗੁਰੂ ਵੀ ਉਹਦੇ ਉੱਤੇ ਖੁਸ਼ ਹੋਵੇਗਾ ਨਾ, ਜਿਹੜਾ ਉਹਦੇ ਭਾਣੇ ਨੂੰ ਪ੍ਰਵਾਨ ਕਰੇਗਾ, ਜਿਹੜਾ ਉਹਦੇ ਹੁਕਮ ਵਿੱਚ ਚੱਲੇਗਾ, ਜਿਹੜਾ ਉਹਦੀ ਦਿੱਤੀ ਮੱਤ ਨੂੰ ਜੀਵਨ 'ਚ ਅਪਣਾਵੇਗਾ। ਫਿਰ ਅਕਾਲ ਪੁਰਖ ਵਾਹਿਗੁਰੂ ਉਹਦੇ ਉੱਤੇ ਬਖਸ਼ਿਸ਼ਾਂ ਕਰੇਗਾ ਨਾ, ਉਹਦੇ ਉੱਤੇ ਰਹਿਮਤਾਂ ਕਰੇਗਾ, ਉਹਦੇ ਜੀਵਨ 'ਚ ਹੀ ਖੇੜਾ ਆਵੇਗਾ, ਜਿਹੜਾ ਉਹਦੀ ਮੱਤ ਦੇ ਮੁਤਾਬਕ ਆਪਣੇ ਜੀਵਨ ਨੂੰ ਤੋਰੇਗਾ। ਮਨੁੱਖ ਦੇ ਜੀਵਨ ਦੇ ਵਿੱਚ ਖੁਸ਼ੀ ਗਮੀ ਇਹ ਹਮੇਸ਼ਾ ਰਹਿਣੇ ਨੇ, ਇਹਨਾਂ ਨੂੰ ਕੋਈ ਵੀ ਖਤਮ ਨਹੀਂ ਕਰ ਸਕਦਾ। ਭਗਤ ਸੈਣ ਜੀ ਨੇ ਅੱਜ ਇਹੀ ਵਿਚਾਰ ਸਾਡੇ ਸਾਹਮਣੇ ਰੱਖੀ ਹੈ। ਭਗਤ ਸੈਣ ਜੀ ਰਹਾਉ ਵਾਲੇ ਬੰਦ ਵਿੱਚ ਵਿਚਾਰ ਬਖਸ਼ਿਸ਼ ਕਰਦੇ ਨੇ, ਮੰਗਲਾ ਹਰ ਮੰਗਲਾ। ਮੰਗਲ ਦਾ ਅਰਥ ਕੀ ਹੈ? ਭਾਵ ਕਿ ਮੰਗਲ ਦਾ ਅਰਥ ਕੀ ਹੈ? ਆਨੰਦ, ਸੁਖਦਾਈ ਜੀਵਨ, ਖੁਸ਼ੀ, ਖੇੜਾ ਜੀਵਨ ਦੇ ਵਿੱਚ ਮੰਗਲ। ਜਿਵੇਂ ਅਸੀਂ ਕਹਿ ਦਿੰਦੇ ਕਿ ਭਾਈ ਜੰਗਲ ਦੇ ਵਿੱਚ ਮੰਗਲ ਲੱਗਾ ਹੋਇਆ ਆ, ਭਾਵ ਕਿ ਜੰਗਲ ਦੇ ਵਿੱਚ ਮੰਗਲ ਕੀ ਆ? ਉੱਥੇ ਭਾਵ ਕਿ ਬੜੇ ਖੁਸ਼ੀ ਖੇੜੇ ਵਾਲੇ ਲੋਕ ਰਹਿ ਰਹੇ ਨੇ। ਉੱਥੇ ਜਿਹੜਾ ਜੰਗਲ ਦੇ ਵਿੱਚ ਹੀ ਜਿਹੜਾ ਅੱਜ ਖੁਸ਼ੀਆਂ ਦਾ ਮੇਲਾ ਲੱਗਾ ਹੋਇਆ ਆ, ਬਹੁਤ ਸਾਰੇ ਲੋਕ ਇਕੱਤਰ ਹੋਏ ਆ ਉੱਥੇ, ਖੁਸ਼ੀ ਦੇ ਨਾਲ ਉਹ ਮੇਲਾ ਜਿਹੜਾ ਮਨਾ ਰਹੇ ਨੇ। ਮਾਲਕ ਜੀ ਕਹਿੰਦੇ ਨੇ ਮੰਗਲਾ ਹਰ ਮੰਗਲਾ। ਪਾਤਸ਼ਾਹ ਕਹਿੰਦੇ ਨੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਨਿਤ ਮੰਗਲ ਰਾਜਾ ਰਾਮ ਰਾਏ ਕੋ। ਰਾਜਾ ਦਾ ਅਰਥ ਕੀ ਆ? ਮਾਲਕ, ਅਕਾਲ ਪੁਰਖ ਵਾਹਿਗੁਰੂ। ਰਾਜਾ ਕਿਹਨੂੰ ਕਿਹਾ ਜਾਂਦਾ ਆ? ਰਾਜੇ ਦਾ ਅਰਥ ਕੀ ਹੁੰਦਾ? ਰੱਜਿਆ ਹੋਇਆ, ਜਿਹੜਾ ਤ੍ਰਿਪਤ ਆ, ਜਿਹੜਾ ਸੰਤੋਖੀ ਆ, ਜਿਹਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈ। ਰਾਜੇ ਦਾ ਅਰਥ ਕੀ? ਰੱਜਿਆ ਹੋਇਆ। ਨਹੀਂ ਤਾਂ ਸਾਡੇ ਸਮਾਜ ਵਿੱਚ ਰਾਜਾ ਤਾਂ ਉਹਨੂੰ ਵੀ ਆਖੇ ਜਿਹੜਾ ਬੰਦਾ ਭੁੱਖਾ ਆ, ਜਿਹੜਾ ਨੀਤ ਦਾ ਭੁੱਖਾ ਆ, ਉਹਨੂੰ ਵੀ ਰਾਜਾ ਕਹੀ ਜਾਂਦੇ ਆ। ਰਾਜਾ ਕਹਿੰਦੇ ਜਿਹੜਾ ਰੱਜਿਆ ਹੋਇਆ ਆ। ਤੇ ਗੁਰੂ ਪਿਆਰ ਵਾਲਿਓ, ਰੱਜਿਆ ਹੋਇਆ ਮਨੁੱਖ, ਸੰਤੋਖੀ ਮਨੁੱਖ, ਤ੍ਰਿਪਤ ਮਨੁੱਖ ਹੀ ਕਿਸੇ ਦੀ ਸੇਵਾ ਕਰ ਸਕਦਾ ਆ। ਜਿਹੜਾ ਮਨ ਦਾ ਰੱਜਿਆ ਹੋਇਆ ਨਹੀਂ ਹੈਗਾ, ਮਨ ਦਾ ਭੁੱਖਾ ਆ, ਉਹ ਤਾਂ ਦੂਜੇ ਤੋਂ ਵੀ ਖੋਹ ਕੇ ਖਾ ਲੈਂਦਾ ਆ। ਪਾਤਸ਼ਾਹ ਕਹਿੰਦੇ ਨੇ, ਹੇ ਰਾਮ ਤੇਰੀ ਮਿਹਰ ਦੇ ਨਾਲ, ਕਹਿੰਦੇ ਮੇਰੇ ਅੰਦਰ, ਕਹਿੰਦੇ ਤੇਰੀ ਮਿਹਰ ਦੇ ਨਾਲ ਮੇਰੇ ਅੰਦਰ, ਕਹਿੰਦੇ ਤੇਰੇ ਨਾਮ ਸਿਮਰਨ ਦਾ ਕਹਿੰਦੇ ਆਨੰਦ ਮੰਗਲ ਹੋ ਰਿਹਾ ਆ। ਮੇਰੇ ਜੀਵਨ ਦੇ ਵਿੱਚ ਕਹਿੰਦੇ ਖੇੜਾ ਪੈਦਾ ਹੋ ਰਿਹਾ ਤੇਰੇ ਨਾਮ ਸਿਮਰਨ ਦੇ ਦੁਆਰਾ। ਕਹਿੰਦੇ ਜਦੋਂ ਤੇਰੇ ਨਾਮ ਦੇ ਨਾਲ ਆਪਣੇ ਜੀਵਨ ਨੂੰ ਜੋੜ ਲਿਆ, ਮੇਰੇ ਜੀਵਨ 'ਚ ਖੁਸ਼ੀ ਆ, ਖੇੜਾ ਆ, ਮੇਰਾ ਜੀਵਨ ਆਨੰਦਮਈ ਆ, ਮੇਰਾ ਜੀਵਨ ਸੁਖੀ ਬਣ ਗਿਆ ਆ। ਹੁਣ ਵੇਖੋ, ਦੋ ਸ਼ਬਦ ਨੇ ਜਿਹੜੇ ਮਨੁੱਖ ਦੇ ਜੀਵਨ ਦਾ ਹਿੱਸਾ ਨੇ। ਇਹ ਦੋ ਸ਼ਬਦ ਜਿਹੜੇ ਨਾ ਮਨੁੱਖ ਦੇ ਜੀਵਨ ਦੇ ਵਿੱਚੋਂ ਕਦੇ ਵੀ ਦੂਰ ਨਹੀਂ ਹੋ ਸਕਦੇ। ਮਨੁੱਖ ਆਪਣੇ ਜੀਵਨ ਦੇ ਵਿੱਚ ਜਿੰਨੇ ਮਰਜ਼ੀ ਯਤਨ ਕਰਨ, ਇਹ ਦੋ ਸ਼ਬਦ ਜਿਹੜੇ ਨਾ ਗੁਰੂ ਸਾਹਿਬਾਨਾਂ ਦੇ ਜੀਵਨ ਵਿੱਚ ਵੀ ਆਏ ਤੇ ਸਾਡੇ ਜੀਵਨ ਵਿੱਚ ਵੀ ਆਉਣਗੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਰਹਿਣਗੇ। ਦੋ ਸ਼ਬਦ ਕਿਹੜੇ ਆ? ਇੱਕ ਹੈਗਾ ਸੁੱਖ, ਇੱਕ ਹੈਗਾ ਦੁੱਖ। ਇੱਕ ਹੈਗੀ ਖੁਸ਼ੀ, ਇੱਕ ਹੈਗੀ ਗਮੀ। ਇੱਕ ਹੈ ਸੱਚ ਤੇ ਇੱਕ ਹੈ ਝੂਠ। ਇੱਕ ਹੈ ਦਿਨ ਤੇ ਇੱਕ ਹੈ ਰਾਤ। ਇਹ ਜਿਹੜੇ ਸ਼ਬਦ ਨਾ ਮਨੁੱਖ ਦੇ ਜੀਵਨ ਦੇ ਅੰਦਰ ਚੱਲਣੇ ਨੇ। ਇੱਕ ਹੈਗਾ ਲਾਭ, ਇੱਕ ਹੈਗਾ ਹਾਨੀ।
एक हैगा वाधा, एक हैगा घाटा। ये जीवन के अंदर चलने आ। जे जीवन के मनुख के जीवन अंदर अज सुख आ तो कल नूं दुख भी आने आ। जे अज वो जीवन च खुशी आ कल नूं गमी भी आनी आ। अज जेकर उन्होंने घाटा पिया आ कल नूं उन्होंने वाधा भी मिलना। अज जे हानि हुई आ तो गुरु प्यार वाले कल नूं उन्होंने लाभ भी होवेगा। जेकर मनुख के जीवन अंदर अज सच है तो कल नूं झूठ भी आ। जे अज दिन जे हुण दिन चढ़िया तो फिर रात भी होनी आ। भाव इन्हां जीवन विचों असीं खत्म नहीं कर सकते, पर इन्हां दो शब्दां दे अंदर असीं रहना सीखना आ। ते ये सानू सतगुर दी बाणी सिखाउंदी है कि भाई तू सुख होवे चाहे दुख होवे तो इन्हां विच किवें रहना, अपने जीवन नूं किवें बैलेंस विच रखना आ। भाव कि तेरे जीवन विच बैलेंस किवें रहेगा, सुख ते दुख विच बैलेंस होवेगा, फिर तेरा जीवन जिहड़ा सही चलेगा। जो तेरा जीवन एक पासे ज़्यादा हो गया ना तो फिर तेरा जीवन कभी भी सुखी नहीं रह सकता। हुण सतगुरु पातशाह जी चाहे गुरु साहिबाना दे जीवन की गल कर लीए, उन्हां दे जीवन अंदर भी सुख भी आए ने ते दुख भी आए ने। पर मनुख जिहड़ा अपने जीवन के अंदर की याद रखदा, चेता की रखदा आ, सुख चेता रखदा आ। अपने जीवन के अंदर मनुख खुशी याद रखदा आ। अपने जीवन के अंदर मनुख इनू जिहड़ा लाभ, ये लाभ नू चेता रखदा आ, वाधे नू चेता रखदा कि मेरे जीवन च वाधा होवे, मेरे कारोबार च वाधा होवे, मेरे बिजनेस च वाधा होवे, मेरे परिवार च वाधा होवे, मेरे जीवन च सुख आण, मेरे जीवन च खुशी आवे। दुख गमी ते गुरु प्यार वालिओ हानि नुकसान, इन्हां शब्दां दे नाल मनुख ने अपने जीवन अंदर नफरत पाई हुई आ। ये मनुख जिहड़ा जन्म ते मौत आ, मौत का शब्द जिहड़ा मनुख अपने कन्नां दे नाल सुनना नहीं चाहुंदा। मनुख जिहड़ा जन्म दे नाल सांझ पा के बैठा, ये मौत दे नाल सांझ पा के नहीं बैठा। मौत शब्द अपने घर विच भी किते गल कर रहा होवे ते मौत शब्द बोलण तो भी संकोच करदा आ, क्योंकि इनू नफरत आ इहदे नाल। ये चाहुंदा नहीं कि मेरे जीवन विच ये शब्द होण, पर ना चाहण दे बावजूद भी फिर भी ये शब्द दे जीवन च आ रहे ने। पातशाह जी का बचन आ, कहंदे जतन बहुत सुख के कीए। कहंदे सुखां दी खातर जतन तां बड़े कीते, बड़ी मेहनत कीती। दुख को कीओ ना कोए, कहंदे दुखां दे वास्ते कोई मेहनत नहीं कीती, पर मालिक जी कहंदे ने पर फिर भी जीवन दे विच दुख आ गए। सुखां दी खातर जतन करदा रहा, कहंदे फिर भी जीवन दे विच कहंदे दुख फिर भी आ गए, फिर भी जीवन च गमी आ गई, फिर भी जीवन दे अंदर कहंदे मौत भी कहंदे जीवन च आ गई। ते मालिक जी जो सानू उपदेश बख्शिश करते ने, कहंदे मेरे जीवन दे अंदर तेरे नाम नू सिमरन करके खेड़ा आ आनंद आ, मेरा जीवन कहंदे मंगल विच आ। मेरे जीवन अंदर कहंदे मंगल हो रहा, आनंद हो रहा, मेरे जीवन च खेड़ा हो रहा है। हुण गुरु प्यार वाले मालिक जी बचन करते ने, कहंदे नानक बोलण चखणा दुख छड्ड मंगीए सुख। मालिक जी कहंदे ये जड़े ना दुख नूं छड्ड के जड़े सुख मंगते पे ना, वो की करते ने, कहंदे सिर खपाई कर रहे ने। उन्हां कहंदे बोलना व्यर्थ आ, क्योंकि सुख दुख दोए दर कपड़े। कहंदे सुख ते दुख जड़े ये प्रभु दे दर तो सानू कपड़े मिले हुए आ। हुण मालिक जी कहंदे जेड़े मनुख जन्म लैके इत्थे आउंदे आ, भाव के वो अपने जीवन दे अंदर सुख ते दुख भोगदे आ दोने। ये कपड़े ने, जिवें मनुख एक अपने तन तो एक कपड़ा लाउंदा आ ते दूजा पाउंदा आ, ते दूजा लाउंदा ते पहला पाउंदा आ। इसे तरह मनुख दे जीवन दे सुख आउंदे आ, कदी दुख आउंदे आ। ते पातशाह कहंदे ने जिथे बोलण हारीए तिथे चंगी चुप। मालिक जी कहंदे जेदे सामने इतराज कीतियां गिला कीतियां तेनू हार ही मननी पैंदी आ, ते इत्थे तेनू चुप रहना चाहिदा। जिथे तेरा बस नहीं चल सकदा उत्थे तेनू बोलण दी लोड़ ही नहीं। जिथे तक तेरी पहुँच नहीं है उत्थे तू मालिक जी कहंदे तेनू उत्थे कुछ भी करन दी लोड़ नहीं। जिस मालिक जी कहंदे जिस ठाकुर स्यों नाही चारा ताको कीजै सद नमस्कारा। कहंदे जिस ठाकुर अगे जिस प्रभु अगे तेरा जोर नहीं चल सकता,
उस मालक अगे तू नमस्कार कर, ਉਹਦੇ ਅੱਗੇ ਆਪਣਾ ਕਹਿੰਦੇ ਸੀਸ ਝੁਕਾ। ਤੇ ਪਾਤਸ਼ਾਹ ਜੀ ਕਹਿੰਦੇ ਨੇ ਕਹਿੰਦੇ ਉੱਥੇ ਚੁੱਪ ਰਹਿਣਾ ਹੀ ਚੰਗਾ ਆ, ਭਾਵ ਉਹਦੀ ਰਜ਼ਾ ਵਿੱਚ ਤੁਰਨਾ ਹੀ ਸਭ ਤੋਂ ਚੰਗੀ ਗੱਲ ਹੈ। ਇਹ ਸੁੱਖ ਤੇ ਦੁੱਖ ਤੇਰੇ ਜੀਵਨ ਦਾ ਹਿੱਸਾ ਹੈ, ਇਹ ਰਹਿਣੇ ਨਹੀਂ, ਇਹ ਤੇਰੇ ਜੀਵਨ ਵਿੱਚ ਹੀ ਰਹਿਣੇ ਆ, ਭਾਵ ਸਤਿਗੁਰੂ ਨੇ ਸਾਨੂੰ ਇਹਨਾਂ ਵਿੱਚ ਰਹਿਣਾ ਸਿਖਾ ਦਿੱਤਾ ਆ। ਮਾਲਕ ਜੀ ਕਹਿੰਦੇ ਜੇਕਰ ਤੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਹੋਇਆ, ਰੱਬੀ ਗੁਣਾਂ ਨੂੰ ਜੀਵਨ 'ਚ ਵਸਾਇਆ ਹੋਇਆ ਆ, ਫਿਰ ਜੇਕਰ ਤੇਰੇ ਜੀਵਨ 'ਚ ਦੁੱਖ ਵੀ ਆ ਜਾਣਗੇ ਤੂੰ ਮਹਿਸੂਸ ਨਹੀਂ ਕਰੇਗਾ। ਜੀਵਨ ਵਿੱਚ ਕਹਿੰਦੇ ਤੂੰ ਜੀਵਨ 'ਚ ਮਹਿਸੂਸ ਨਹੀਂ ਕਰੇਗਾ ਕਿ ਮੇਰੇ ਜੀਵਨ 'ਚ ਦੁੱਖ ਆ, ਤੇ ਕਹਿੰਦੇ ਤੂੰ ਦੁੱਖਾਂ ਨੂੰ ਵੀ ਸੁੱਖਾਂ ਦੀ ਤਰ੍ਹਾਂ ਬਤੀਤ ਕਰੇਗਾ। ਪਾਤਸ਼ਾਹ ਜੀ ਦਾ ਬਚਨ ਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਕਹਿੰਦੇ ਜਿਹੜਾ ਮਨੁੱਖ ਦੁੱਖਾਂ ਵਿੱਚ ਰਹਿ ਕੇ ਵੀ ਦੁੱਖ ਨੂੰ ਦੁੱਖ ਨਹੀਂ ਮੰਨਦਾ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ। ਕਹਿੰਦੇ ਜਿਹੜਾ ਸੁੱਖਾਂ ਨਾਲ ਮੋਹ ਨਹੀਂ ਪਾਉਂਦਾ, ਜਿਹੜਾ ਸੁੱਖਾਂ ਦੇ ਨਾਲ ਗਲਵੱਕੜੀ ਪਾ ਕੇ ਨਹੀਂ ਰੱਖਦਾ, ਮੋਹ ਨਹੀਂ ਪਾ ਕੇ ਰੱਖਦਾ, ਸੁੱਖਾਂ ਦੀ ਜੀਵਨ ਵਿੱਚ ਲਾਲਸਾ ਨਹੀਂ ਰੱਖਦਾ, ਮਾਲਕ ਜੀ ਕਹਿੰਦੇ ਨੇ ਸੁੱਖ ਸਨੇਹ ਅਰ ਭੈ ਨਹੀਂ ਜਾ ਕੇ। ਕਹਿੰਦੇ ਉਹਦੇ ਜੀਵਨ ਵਿੱਚ ਕਿਸੇ ਕਿਸਮ ਦਾ ਕੋਈ ਡਰ ਨਹੀਂ ਹੈ। ਕੰਚਨ ਮਾਟੀ ਮਾਨੇ, ਕਹਿੰਦੇ ਜਿਹੜਾ ਸੋਨੇ ਨੂੰ ਵੀ ਮਿੱਟੀ ਦੇ ਬਰਾਬਰ ਸਮਝਦਾ ਆ, ਭਾਵ ਸੋਨੇ ਨੂੰ ਦੌਲਤ ਨੂੰ ਵੇਖ ਕੇ ਲਾਲਚ ਵਿੱਚ ਨਹੀਂ ਆਉਂਦਾ। ਮਾਲਿਕ ਜੀ ਕਹਿੰਦੇ ਉਹਦੇ ਅੰਦਰ ਰੱਬ ਦਾ ਨਿਵਾਸ ਹੈ, ਉਹਨੇ ਆਪਣੇ ਜੀਵਨ ਵਿੱਚ ਰੱਬ ਨੂੰ ਪ੍ਰਗਟ ਕਰ ਲਿਆ ਆ, ਉਹ ਰੱਬੀ ਗੁਣਾਂ ਨੂੰ ਉਹਨੇ ਆਪਣੇ ਜੀਵਨ 'ਚ ਕਮਾ ਲਿਆ ਆ। ਗੁਰੂ ਪਿਆਰ ਵਾਲਿਓ, ਜੇਕਰ ਅੱਜ ਅਸੀਂ ਸਤਿਗੁਰੂ ਦੀ ਬਾਣੀ ਨਾਲ ਜੁੜ ਕੇ ਵੀ ਦੁੱਖਾਂ ਵਿੱਚ ਘਬਰਾ ਗਏ, ਡੋਲ ਗਏ, ਤੇ ਅਸੀਂ ਆਪਣੇ ਜੀਵਨ ਦੇ ਵਿੱਚ ਇਹ ਸਮਝਣਾ ਕਿ ਸਾਡਾ ਫਿਰ ਅਜੇ ਤੱਕ ਗੁਰੂ ਦੇ ਨਾਲ ਜੀਵਨ ਜੁੜਿਆ ਨਹੀਂ, ਅਜੇ ਤੱਕ ਗੁਰਬਾਣੀ ਵਿਚਾਰ ਸਾਡੇ ਜੀਵਨ ਵਿੱਚ ਨਹੀਂ ਆਈ। ਕਿਉਂਕਿ ਜਿਸ ਤਰ੍ਹਾਂ ਗੁਰੂ ਸਾਹਿਬਾਨਾਂ ਨੇ, ਹੁਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ, ਗੁਰੂ ਪਿਆਰ ਵਾਲਿਓ, ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਪੁੱਤਰ ਨੇ, ਗੁਰੂ ਅਰਜਨ ਸਾਹਿਬ ਜੀ ਦੇ। ਹੁਣ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਵੇਖੋ, ਮਾਤਾ ਗੰਗਾ ਵੀ ਮੌਜੂਦ ਆ ਉਸ ਸਮੇਂ, ਉਹਨਾਂ ਦੇ ਪੁੱਤਰ ਹਰਗੋਬਿੰਦ ਜੀ ਵੀ ਮੌਜੂਦ ਆ। ਤੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਲਾਹੌਰ ਵਿਖੇ ਤੱਤੀ ਤਵੀ ਤੇ ਬਿਠਾ ਕੇ ਗਰਮ ਗਰਮ ਰੇਤਾ ਉਹਨਾਂ ਦੇ ਸਰੀਰ ਤੇ ਪਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਆ। ਤੇ ਗੁਰੂ ਪਿਆਰ ਵਾਲੇ ਉੱਥੇ ਵੇਖੋ ਮਾਤਾ ਗੰਗਾ ਜੀ ਦਾ ਕਿੱਡਾ ਵੱਡਾ ਜਿਗਰਾ ਆ, ਤੇ ਉੱਥੇ ਉਹਨਾਂ ਦੇ ਪੁੱਤਰ ਦਾ ਕਿੱਡਾ ਵੱਡਾ ਜਿਗਰਾ ਹੈ ਕਿ ਆਪਣੇ ਪਿਤਾ ਦੀ ਸ਼ਹੀਦੀ ਬਾਰੇ ਵੀ ਸੁਣਦੇ ਆ, ਪਰ ਢਹਿੰਦੀ ਕਲਾ 'ਚ ਨਹੀਂ ਜਾਂਦੇ। ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਕੀ ਕਰਦੇ ਨੇ, ਉਹ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕਰਦੇ ਨੇ। ਅਕਾਲ ਤਖਤ ਸਾਹਿਬ ਜੀ, ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੋਂ 16-17 ਦਿਨ ਬਾਅਦ ਕਹਿੰਦੇ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕੀਤੀ ਜਾਂਦੀ ਆ। ਤਖਤ ਸ਼੍ਰੀ ਅਕਾਲ ਤਖਤ ਸਾਹਿਬ ਜਿਹੜਾ ਸਾਡਾ ਪਹਿਲਾ ਤਖਤ ਆ, ਉਸ ਤਖਤ ਉੱਤੇ ਕੀ ਹੁੰਦਾ ਆ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਜਿਹੜੇ ਨਾ ਸਾਰੇ ਨਗਰਾਂ ਵਿੱਚ, ਲਾਗੋ ਲਾਗੀ ਪਿੰਡਾਂ ਵਿੱਚ ਸੁਨੇਹੇ ਭੇਜ ਦਿੰਦੇ ਆ, ਚਿੱਠੀਆਂ ਭੇਜ ਦਿੰਦੇ ਆ, ਮੈਸੇਜ ਦੇ ਦਿੰਦੇ ਆ, ਤੇ ਉੱਥੋਂ ਜਿਹੜੀਆਂ ਸੰਗਤਾਂ ਇਕੱਠੀਆਂ ਹੋ ਕੇ ਆਉਂਦੀਆਂ, ਉੱਥੇ ਨੌਜਵਾਨ ਇਕੱਠੇ ਹੋ ਕੇ ਆਉਂਦੇ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੇ। ਉੱਥੇ ਫਿਰ ਗੁਰੂ ਸਾਹਿਬ ਜੀ ਜਿਹੜੇ ਨਾ ਢਾਡੀ ਜਥੇ, ਉੱਥੋਂ ਜਿਹੜੀ ਇਹ ਆਰੰਭਤਾ ਸੀ, ਢਾਡੀ ਜਥਿਆਂ ਦੀ ਆਰੰਭਤਾ ਉੱਥੋਂ ਹੋਈ ਆ, ਤਖਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ। ਢਾਡੀ ਜਿਹੜਾ ਅਬਦੁੱਲਾ, ਇੱਕ ਹੋਰ ਢਾਡੀ ਆ, ਇਹ ਦੋ ਜਿਹੜੇ ਇਹਨਾਂ ਨੇ ਸਭ ਤੋਂ ਪਹਿਲਾਂ 12 ਗਾਈਆਂ ਨੇ। ਗੁਰੂ ਪਿਆਰ ਵਾਲਿਓ, ਢਾਡੀ 12, ਇਹਨਾਂ 12 ਜਦੋਂ ਤਖਤ ਸਾਹਿਬ ਤੇ ਇਹ 12 ਗਾਈਆਂ ਜਾਂਦੀਆਂ ਸੀ, ਉਹਨਾਂ ਨੌਜਵਾਨ ਮਨਾਂ ਦੇ ਵਿੱਚ ਜੋਸ਼ ਭਰਿਆ ਜਾਂਦਾ ਸੀ, ਵੀਰ ਰਸ ਉਹਨਾਂ ਅੰਦਰ ਪੈਦਾ ਕੀਤਾ ਜਾਂਦਾ ਸੀ, ਉਹ ਜੋਸ਼ ਭਰਿਆ ਜਾਂਦਾ ਸੀਗਾ ਉਹਨਾਂ ਅੰਦਰ। ਇਹ 12 ਗਾ ਗਾ ਕੇ ਉਹਨਾਂ ਸਿੱਖਾਂ ਦੀਆਂ, ਉਹਨਾਂ ਮਹਾਨ ਸ਼ਹਾਦਤ ਜਿਹੜੇ ਭਾਵ ਜਿਹੜੇ ਮਹਾਨ ਸਿੱਖ ਹੋਏ ਨੇ, ਗੁਰੂ ਸਾਹਿਬਾਨ ਹੋਏ ਜਾਂ ਹੋਰ ਜਿਹੜੇ ਯੋਧੇ ਸਨ, ਮਹਾਬਲੀ ਸਨ, ਉਹਨਾਂ ਦੀਆਂ 12 ਗਾ ਗਾ ਕੇ ਉਹਨਾਂ ਸਿੱਖਾਂ ਦੇ, ਉਹਨਾਂ ਨੌਜਵਾਨਾਂ ਦੇ ਜਿਹੜੇ ਪਿੰਡਾਂ ਵਿੱਚੋਂ ਉੱਠ ਕੇ ਆਏ ਹੋਏ ਸਨ, ਉਹਨਾਂ ਦੇ ਮਨਾਂ ਵਿੱਚ ਜੋਸ਼ ਭਰਿਆ ਜਾਂਦਾ। ਉਹਨਾਂ ਨੂੰ ਅੰਦਰੋਂ ਜਿਹੜਾ ਤਕੜਾ ਕੀਤਾ ਜਾਂਦਾ, ਕਿ ਮਨ ਕਰਕੇ ਤਕੜਾ ਕੀਤਾ ਜਾਂਦਾ। ਹੁਣ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਹੋਈ ਆ, ਸੰਗਤਾਂ ਦੇ ਮਨ ਵਿੱਚ ਭਾਰੀ ਰੋਸ ਆ, ਗੁੱਸਾ ਆ, ਪਰ ਗੁਰੂ ਪਿਆਰ ਵਾਲਿਓ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਉਸ ਗੁੱਸੇ ਨੂੰ ਕੰਟਰੋਲ ਕਰਕੇ ਉਹਨੂੰ ਵੀਰ ਰਸ ਵਿੱਚ ਤਬਦੀਲ ਕੀਤਾ। ਹੁਣ ਵੇਖੋ, ਜਦੋਂ ਬੰਦੇ ਨੂੰ ਕੋਈ ਨੁਕਸਾਨ ਪਹੁੰਚਦਾ ਆ, ਸਾਡੇ ਮਨ ਵਿੱਚ ਗੁੱਸਾ ਨਹੀਂ ਹੁੰਦਾ, ਕਿੰਨਾ ਕ੍ਰੋਧ ਹੁੰਦਾ, ਗੁੱਸਾ ਹੁੰਦਾ ਕਿ ਭਾਈ ਅਸੀਂ ਇਹਨੂੰ ਮਤਲਬ ਖਤਮ ਕਰ ਦਈਏ,
पर तरीका जिहड़ा गलत जिहड़ा असीं वरत के वो बंदा गुस्से विच की कुछ बड़ा अपना नुकसान भी करा बैंदा आ। पर गुरु साहब ने उस समय के नौजवानों नूं संगतां नूं बड़े सोहणे तरीके दे नाल गाइड कीता, उन्हां दे गुस्से नूं वीर रस विच बदलिया। ते गुरु प्यार वालिओ उत्थे गुरु साहबान ने फिर जिहड़ी फौज तैयार कीती, उन्हां जिहड़ा नौजवानों नूं शास्त्र विद्या दित्ती गई, शास्त्रां दी उन्हां नूं सिखलाई दित्ती गई, घोड़ सवारी की सिखलाई दित्ती गई। फिर जिहड़े सिख सन होर भी जिहड़े बड़े अमीर सिख सन, उन्हां दे समय अंदर बड़े अमीर घराणे दे लोग सन, गुरु साहब जी वास्ते अपना सब कुछ निशावर करन वाले सन। दिलबाग ते गुलबाग नां दे जिहड़े घोड़े सीगे बड़े तकड़े घोड़े, जिवें अज वेखो तुसीं घोड़ियां दा रेट पुछ के लखां रुपए के घोड़े मिलते, अजकल करोड़ां रुपए के घोड़े मिलते आ। पर जिहड़े दिलबाग ते गुलबाग नां दे जिहड़े वधिया किस्म के घोड़े वो भी गुरु हरगोबिंद साहब जी के दरबार विच भेंट करन वास्ते वो जिहड़े सिख आउण लग पे। संगतां जिहड़ियां इकत्तर हो के आउण लग पईयां। गुरु अर्जन साहब की शहीदी तो बाद ये जिहड़ा सारा उन्होंने ये सिस्टम शुरू किया, उत्थे गुरु साहब ने फौज तैयार की। ते नौजवान जिहड़े वो पिंडां विचों ही आए हुए, साडे वर्गे जिहड़े पिंडां विच रहण वाले नौजवान, कोई काम करदा ही, कोई काम करदा सी। जदों गुरु साहब ने एक आवाज़ मारी तो सारे आए। गुरु प्यार वाले वो भी उस तरह नहीं उठ के आ गए। गुरु प्यार वाले गुरु नानक साहब जी तो लैके गुरु अर्जन साहब जी तक ये तैयारी हुई पई आ उन्हां सारे लोगों की, उन्हां दे मनां विच सत्कार आ। हुण वेखो गुरु नानक साहब जी तो लैके ये विचारधारा चल रही आ ते गुरु अर्जन साहब जी तक ये जिहड़े लोग पूरे तैयार हो चुके ने, वो गुरु साहब नूं अपने आप नूं समर्पित कर चुके ने। हुण गुरु साहब जी एक आवाज़ मारदे ते इकत्तर हो के आ जांदे आ। ये उन्हां दी पहलां अंदरों तैयारी हो चुकी आ। ये नहीं कि मतलब उन्होंने गुरु साहब ने आवाज़ मारी होए वो आए ना होण। ते इसे तरह गुरु प्यार वालिओ आउण वाले दिनां विच विसाखी आ रही है। ते वेखो गुरु गोबिंद सिंह पातशाह जी ने विसाखी वाले दिन खालसा पंथ की साधना की। हुण वेखो जदों श्री आनंदपुर साहब विखे 80,000 का इकट्ठ होया विसाखी वाले दिन, जदों गुरु साहब ने खंडे बाटे की पोल जिहड़ी छकाई आ। हुण वेखो 80,000 का इकट्ठ होना उन्हां समयां दे अंदर बहुत वड्डी गल आ। उस समय ना कोई इंटरनेट वर्गे साधन सी, ना कोई टैलीफोन वगैरह, ना कोई चिट्ठियां का इन्ना कोई ज़्यादा सीगा। ते गुरु प्यार वालिओ वो किवें, क्योंकि विसाखी जिहड़े इहो ਜਿਹੇ ਤਿਉਹਾਰ ਹੁੰਦੇ सन, चाहे दिवाली लै लीए चाहे विसाखी की गल कर लीए, ये ਜਿਹੜੀਆਂ ना विसाखियां वाले दिन चाहे दिवाली वाले दिन ये इन्हां दिनां दे विच इकट्ठ जिहड़े ना ये गुरु नानक साहब जी के समय तो हुंदे आ रहे आ। क्योंकि इहो ਜਿਹੇ दिनां दे ये ਵੱਡੇ ਵੱਡੇ दिनां ते चाहे गुरु अंगद साहब जी के जीवन की गल कर लीए, गुरु अमरदास साहब जी की जीवन की गल कर लीए, वो इन्हां दिनां ते ਵੱਡੇ इकट्ठ करिया करते सन। उत्थे फिर संगतां नूं गुरबाणी विचार दे नाल संगतां दे मन दे शंके निवृत्त कीते जांदे। उत्थे होर भी संगतां दे सवाल हुंदे आ, वो भी उन्हां दे सवालां दे जवाब दिते जांदे। ते गुरु प्यार वाले संगतां जो भी रसद जो भी माया भेटा लैके आउंदियां ने वो भी उत्थे पहुँचाया जांदा। ये जिहड़े इकट्ठ गुरु गोबिंद सिंह पातशाह जी ने पहली बार इकट्ठ नहीं किया, ये इकट्ठ जिहड़े गुरु नानक साहब जी तो हुंदे आ रहे सी। इस करके फिर गुरु गोबिंद सिंह पातशाह जी के समय भी फिर जिहड़े इन्ना जिहड़ा 80-90 हज़ार का जिहड़ा इकट्ठ होया सीगा, ये भी इस तरह ही होया कि गुरु नानक साहब जी तो लैके गुरु गोबिंद सिंह पातशाह तक उन्हां सारियां दी तैयारी हो चुकी सी। ते गुरु प्यार वाल जिथे उत्थे धड़ा धड़ संगतां ने अमृत छकिया, खंडे बाटे की पोल तैयार की जिहड़ी सी, उत्थे अमृत छकिया, खंडे बाटे की पोल लीती। ये जिहड़ी तैयारी उन्हां दी पहलां होई पई सीगी, जिस करके उन्हां ने ये जिहड़ी खंडे बाटे की पोल छकी। हुण गुरु प्यार वाले सतगुरु जी असल विच जो विचार भगत सैन जी अपनी बाणी विच अज दे रहे ने, मालिक जी बचन करते ने, कहंदे मंगला हर मंगला नित मंगल राजा राम राय को। कहंदे मेरे जीवन च आनंद हो रहा, खेड़ा हो रहा आ। हे अकाल पुरख वाहिगुरू तेरी मेहर दे नाल, तेरे नाम सिमरन दे नाल पातशाह जी ने सानू सुखां दे विच दुखां विच रहना सिखाया कि भाई जीवन च डोलना नहीं, घबराउणा नहीं। ते अगे मालिक जी बचन करते हैं धूप दीप घृत साज आरती ये सारी जिहड़ी समग्री ना
ਇੱਕ ਮੂਰਤੀ ਦੀ ਆਰਤੀ ਕਰਨ ਵਾਸਤੇ, ਇੱਕ ਮੂਰਤੀ ਦੀ ਪੂਜਾ ਕਰਨ ਵਾਸਤੇ ਜਿਹੜੀ ਇਹ ਸਮੱਗਰੀ ਲਈ ਜਾਂਦੀ ਆ, ਧੂਫ ਲਿਆ ਜਾਂਦਾ ਆ, ਦੀਵਾ ਲਿਆ ਜਾਂਦਾ ਆ, ਘਿਓ ਲਿਆ ਜਾਂਦਾ, ਸਾਰੀ ਸਮੱਗਰੀ ਇਕੱਠੀ ਕੀਤੀ ਜਾਂਦੀ ਆ। ਪਰ ਭਗਤ ਸੈਣ ਜੀ ਕਹਿੰਦੇ ਨੇ ਮਾਲਕ ਜੀ ਮੈਂ ਤੇਥੋਂ ਸੱਦ ਕੇ ਜਾਣਾ ਆ, ਕਹਿੰਦੇ ਧੂਫ ਦੀਵੇ ਘਿਓ ਆਦਿਕ ਕਹਿੰਦੇ ਸਮੱਗਰੀ ਇਕੱਠੀ ਕਰਕੇ ਕਹਿੰਦੇ ਮੈਂ ਤੇਰੀ ਆਰਤੀ ਕਰਨੀ ਆ। ਬਾਰਨੇ ਜਾਓ ਕਮਲਾਪਤੀ, ਮਾਲਕ ਜੀ ਕਹਿੰਦੇ ਹੇ ਮਾਇਆ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਮੈਂ ਤੇਤੋਂ ਸੱਦ ਕੇ ਹਾਂ, ਬਲਿਹਾਰੇ ਹਾਂ। ਅੱਗੇ ਬਚਨ ਕਰਦੇ ਨੇ ਊਤਮ ਦੀਰਾ ਨਿਰਮਲ ਬਾਤੀ, ਹੇ ਮਾਲਕ ਜੀ ਆਰਤੀ ਕਰਨ ਵਾਸਤੇ ਸੋਹਣਾ ਚੰਗਾ ਦੀਵਾ ਤੇ ਸਾਫ ਸੁਥਰੀ ਬੱਟੀ ਵੀ। ਹੁਣ ਦੀਵੇ ਵਿੱਚ ਬੱਟੀ ਹੁੰਦੀ ਆ, ਮਾਲਕ ਜੀ ਕਹਿੰਦੇ ਤੇਰੀ ਆਰਤੀ ਜੇਕਰ ਕਰਨੀ ਨਾ ਤੇ ਸੋਹਣਾ ਚੰਗਾ ਦੀਵਾ ਤੇ ਸਾਫ ਸੁਥਰੀ ਬੱਟੀ। ਤੂੰ ਹੀ ਨਿਰੰਜਨ ਕਮਲਾਪਤੀ, ਹੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ, ਹੇ ਨਿਰੰਜਨ ਜੀ ਮੇਰੇ ਲਈ ਤੂੰ ਹੀ ਆ। ਇਹ ਘਿਓ ਦੁੱਧ ਘਿਓ ਦੀਪ ਦੀਵਾ ਤੇ ਬੱਟੀ ਤੇਲ ਇਹ ਸਭ ਕੁਝ ਮਾਲਕ ਜੀ ਤੇਰਾ ਨਾਮ ਹੀ ਆ, ਹੋਰ ਕੁਝ ਨਹੀਂ ਹੈ। ਮੈਂ ਤੁਹਾਡੇ ਨਾਮ ਨੂੰ ਹੀ ਇਹ ਸਭ ਕੁਝ ਮੰਨਦਾ ਆ। ਰਾਮਾਨੰਦ ਰਾਮਾ ਭਗਤ ਰਾਮਾਨੰਦ ਜਾਣੇ, ਕਹਿੰਦੇ ਉਹ ਮਨੁੱਖ ਪ੍ਰਭੂ ਦੀ ਭਗਤੀ ਕਰਨ ਦੀ ਬਰਕਤ ਨਾਲ ਉਹਦੇ ਜੀਵਨ ਵਿੱਚ ਕਹਿੰਦੇ ਆਨੰਦ ਪੈਦਾ ਹੋ ਜਾਂਦਾ ਆ, ਖੇੜਾ ਪੈਦਾ ਹੋ ਜਾਂਦਾ ਆ। ਜਿਹੜਾ ਰਾਮਾ ਭਗਤ ਭਾਵ ਕਿ ਰਾਮਾ ਭਗਤ ਦਾ ਕੀ ਆ, ਪ੍ਰਭੂ ਦੀ ਭਗਤੀ ਕਰਨ ਦੇ ਨਾਲ, ਰਾਮਾ ਜਿਹੜਾ ਸਾਰੇ ਸੰਸਾਰ ਵਿੱਚ ਰਮਿਆ ਹੋਇਆ ਉਹਦੀ ਭਗਤੀ ਕਰਨ ਦੇ ਨਾਲ ਜੀਵਨ ਦੇ ਵਿੱਚ ਆਨੰਦ ਪੈਦਾ ਹੋ ਜਾਂਦਾ ਆ। ਪੂਰਨ ਪਰਮਾਨੰਦ ਬਖਾਨੇ, ਮਾਲਕ ਜੀ ਕਹਿੰਦੇ ਨੇ ਉਹ ਫਿਰ ਪਰਮ ਆਨੰਦ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦਾ ਆ। ਮਦਨ ਮੂਰਤ ਭੈ ਤਾਰ ਗੋਵਿੰਦੇ, ਕਹਿੰਦੇ ਉਹ ਪਰਮਾਤਮਾ ਜਿਹੜਾ ਸੋਹਣੇ ਰੂਪ ਵਾਲਾ ਹੈ, ਜਿਹੜਾ ਸੰਸਾਰ ਦੇ ਸਾਰੇ ਡਰਾਂ ਤੋਂ ਪਾਰ ਲੰਘਾਉਣ ਵਾਲਾ ਹੈ, ਜਿਹੜਾ ਸਾਰੀ ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ। ਸੈਣ ਭਣੇ ਭਜ ਪਰਮਾਨੰਦੇ, ਮਾਲਕ ਜੀ ਕਹਿੰਦੇ ਨੇ ਸੈਣ ਜੀ ਆਖਦੇ ਨੇ ਕਿ ਮੈਂ ਤਾਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ ਆ, ਮੈਂ ਤਾਂ ਉਹਦੀ ਬੰਦਗੀ ਕਰਦਾ ਆ ਜਿਸ ਕਰਕੇ ਮੇਰੇ ਜੀਵਨ ਦੇ ਵਿੱਚ ਕਹਿੰਦੇ ਆਨੰਦ ਹੈ, ਖੇੜਾ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ ਕਿ ਸਾਡੇ ਜੀਵਨ ਵਿੱਚ ਵੀ ਆਨੰਦ ਖੇੜਾ ਪੈਦਾ ਹੋ ਜਾਵੇ। ਇਹ ਆਨੰਦ ਖੇੜਾ ਸਦਾ ਰਹਿਣ ਵਾਲਾ ਰੱਬੀ ਗੁਣਾਂ ਨੂੰ ਜੀਵਨ 'ਚ ਵਸਾਉਣ ਦੇ ਨਾਲ ਹੀ ਪੈਦਾ ਹੋਵੇਗਾ। ਗੁਰੂ ਪਿਆਰ ਵਾਲਿਓ, ਸਤਿਗੁਰੂ ਦੀ ਬਾਣੀ ਦਾ ਬਚਨ ਆ, ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਦੇ ਦੁਆਰਾ ਹੀ ਇਹ ਆਨੰਦ ਸਾਡੇ ਜੀਵਨ 'ਚ ਆਉਣਾ ਆ। ਜਿਸ ਮਨੁੱਖ ਦੇ ਜੀਵਨ ਅੰਦਰ ਇਹ ਆਨੰਦ ਪੈਦਾ ਹੋ ਗਿਆ ਨਾ, ਜੀਵਨ 'ਚ ਚਾਹੇ ਦੁੱਖ ਆਉਣ ਮੁਸ਼ਕਲਾਂ ਆਉਣ, ਉਹ ਮਨੁੱਖ ਜੀਵਨ ਸਦਾ ਹੀ ਖੇੜੇ ਵਿੱਚ ਰਹੇਗਾ। ਵਿਚਾਰਾਂ ਕਰਦੇ ਹਾਂ ਭੁੱਲਾਂ ਦੀ ਖਿਮਾ, ਫਤਿਹ ਨਾਲ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।